ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅਕਾਲੀ ਦਲ ਦਾ ਮੋਰਚਾ ਜੰਤਰ ਮੰਤਰ ਤੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਧਰਨਾ ਪ੍ਰਦਰਸ਼ਨ। ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਕਰ ਰਹੇ ਮੰਗ। ਜੰਤਰ ਮੰਤਰ ਤੋਂ ਪਹਿਲਾਂ ਸੰਸਦ ਬਾਹਰ ਵੀ ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ। ਸੁਖਬੀਰ ਅਤੇ ਹਰਸਿਮਰਤ ਬਾਦਲ ਨੇ ਕੀਤਾ ਮੁਜ਼ਾਹਰਾ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਗੇ ਚੁੱਕਿਆ ਮਸਲਾ। ਤਰਨਤਾਰਨ ਦੇ ਪਿੰਡ ਗੁਲਾਲੀਪੁਰ ਦੇ ਵਿੱਚ ਲੁਕੇ ਸਨ ਮੂਸੇਵਾਲਾ ਦੇ ਸ਼ੂਟਰ। ਸੂਤਰਾਂ ਮੁਤਾਬਿਕ ਜੂਨ ਦੇ ਆਖਰੀ ਹਫ਼ਤੇ ਦੇ ਵਿੱਚ ਦਿਖੇ ਸਨ ਜਗਰੂ ਰੂਪਾ ਤੇ ਮਨੂ ਕੁੱਸਾ। ਪੁਲਿਸ ਦੇ ਰੇਡ ਕਰਨ ਤੋਂ ਪਹਿਲਾਂ ਹੀ ਹੋਏ ਫਰਾਰ। ਲਾਰੈਂਸ ਬਿਸ਼ਨੋਈ ਦਾ ਵੌਇਸ ਸੈਂਪਲ ਲੈਣ ਦੀ ਤਿਆਰੀ। ਮੋਹਾਲੀ ਦੇ ਫੋਰੈਂਸਿਕ ਦਫ਼ਤਰ ਲੈ ਕੇ ਪਹੁੰਚੀ ਪੁਲਿਸ। ਗੈਂਗਸਟਰਾਂ ਦੇ ਨਾਲ ਗੱਲਬਾਤ ਦੀ ਆਡੀਓ ਕੀਤੀ ਜਾਵੇਗੀ ਮੈਚ। ਐਮਐਸਪੀ ਤੇ ਕਾਨੂੰਨੀ ਗਾਰੰਟੀ ਦੇਣ ਤੋਂ ਕੇਂਦਰ ਸਰਕਾਰ ਦਾ ਇਨਕਾਰ। ਲੋਕ ਸਭਾ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਬੋਲੇ, ਸਰਕਾਰ ਨੇ ਕਦੇ ਵੀ ਲੀਗਲ ਗਾਰੰਟੀ ਦਾ ਨਹੀਂ ਕੀਤਾ ਸੀ ਵਾਅਦਾ। ਐਮਐਸਪੀ ਨੂੰ ਅਸਰਦਾਰ ਤੇ ਪਾਰਦਰਸ਼ੀ ਬਣਾਉਣ ਲਈ ਬਣਾਈ ਗਈ ਹੈ ਕਮੇਟੀ। ਅੱਜ ਫਿਰ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਣ ਦੀ ਤਿਆਰੀ ਦੇ ਵਿੱਚ ਆਮ ਆਦਮੀ ਪਾਰਟੀ। ਰਾਘਵ ਚੱਡਾ ਨੇ ਲਗਾਤਾਰ ਦੂਜੇ ਦਿਨ ਦਿੱਤਾ ਕੰਮ ਰੋਕੂ ਮਤਾ। ਕੇਂਦਰ ਦੇ ਵੱਲੋਂ ਗਠਿਤ ਕਮੇਟੀ ਤੇ ਚਰਚਾ ਦੀ ਮੰਗ। ਮੁਫਤ ਵਾਲੀਆਂ ਯੋਜਨਾਵਾਂ ਤੇ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਵਿਦੇਸ਼ ਮੰਤਰੀ ਜੈਸ਼ੰਕਰ ਦਾ ਵੱਡਾ ਬਿਆਨ। ਬੋਲੇ, ਸ਼੍ਰੀਲੰਕਾ ਤੋਂ ਸਬਕ ਸਿੱਖਣ ਦੀ ਲੋੜ। ਮੁਫਤ ਵਾਲੇ ਕਲਚਰ ਦੇ ਨਾਲ ਹੀ ਸ਼੍ਰੀਲੰਕਾ ਦੇ ਵਿੱਚ ਖੜਾ ਹੋਇਆ ਗੰਭੀਰ ਸੰਕਟ। ਹਰਿਆਣਾ ਦੇ ਮਹੇਂਦਰਗੜ੍ਹ ਦੇ ਵਿੱਚ ਟ੍ਰੇਨ ਦੀ ਚਪੇਟ ਦੇ ਵਿੱਚ ਆਇਆ ਬੀਐਸਐਫ ਜਵਾਨ। ਰੇਲਵੇ ਲਾਈਨ ਕ੍ਰਾਸ ਕਰਨ ਦੌਰਾਨ ਗਈ ਜਾਨ। ਭੈਣ ਨੂੰ ਮਿਲਣ ਆਇਆ ਸੀ ਜਵਾਨ। ਸੋਨੀਪਤ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ। ਅੱਗੇ ਚੱਲ ਰਹੇ ਟਰੈਕਟਰ ਨੂੰ ਪਿਕਅਪ ਬਲੈਰੋ ਗੱਡੀ ਨੇ ਮਾਰੀ ਜ਼ੋਰਦਾਰ ਟੱਕਰ। 4 ਲੋਕਾਂ ਦੀ ਮੌਤ, 6 ਗੰਭੀਰ ਜ਼ਖਮੀ। ਫਰੀਦਕੋਟ ਦੇ ਨੌਜਵਾਨ ਦਾ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ। ਪਿੰਡ ਖਾਰਾ ਦਾ ਰਹਿਣ ਵਾਲਾ ਸੀ ਪ੍ਰਦੀਪ। ਲੰਬੇ ਸਮੇਂ ਤੋਂ ਪਰਿਵਾਰ ਦੇ ਨਾਲ ਟੋਰੰਟੋ ਦੇ ਵਿੱਚ ਸੀ ਸੈਟਲਡ। ਪੰਚਕੂਲਾ ਦੇ ਵਿੱਚ ਜਾਨ ਜੋਖਮ ਦੇ ਵਿੱਚ ਪਾ ਕੇ ਸਕੂਲ ਜਾ ਰਹੇ ਬੱਚੇ। ਮੋਰਨੀ ਇਲਾਕੇ ਦੇ ਵਿੱਚ ਉਫਾਨ ਤੇ ਨਦੀ। ਸਕੂਲ ਜਾਣ ਦੇ ਲਈ ਨਦੀ ਹੀ ਇੱਕੋ ਇੱਕ ਰਾਹ। ਲੋਕ ਪੁਲ ਬਣਾਏ ਜਾਣ ਦੀ ਕਰ ਰਹੇ ਮੰਗ। ਮਾਲਵੇ ਦੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀਆਂ ਤੇ ਚਿੱਟੇ ਮੱਛਰ ਦਾ ਕਹਿਰ। ਤਲਵੰਡੀ ਸਾਬੋ ਦੇ ਕਿਸਾਨ ਨੇ 30 ਏਕੜ ਨਰਮਾ ਵਾਇਆ। ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰ ਰਿਹਾ ਕਿਸਾਨ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦਲੇਰ ਮਹਿੰਦੀ ਹੋਰਾਂ ਤੋਂ ਕਰਦੇ ਹਾਂ। ਦਲੇਰ ਮਹਿੰਦੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਫਿਲਹਾਲ ਰਾਹਤ ਨਹੀਂ ਹੈ ਦਲੇਰ ਮਹਿੰਦੀ ਨੂੰ। 15 ਸਤੰਬਰ ਤੱਕ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ। ਰਿਵਿਊ ਪਟੀਸ਼ਨ ਤੇ ਸਰਕਾਰ ਨੂੰ ਦੱਸੀਏ ਕਿ ਨੋਟਿਸ ਜਾਰੀ ਕੀਤਾ ਗਿਆ। ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਜਿਹੜੀ ਹੈ ਬਰਕਰਾਰ ਰੱਖੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਔਰ ਪਟਿਆਲਾ ਜੇਲ੍ਹ ਉਹਨਾਂ ਨੂੰ ਲਿਜਾਇਆ ਗਿਆ ਤੇ ਦੁਬਾਰਾ ਤੋਂ ਉਹਨਾਂ ਦੇ ਵੱਲੋਂ ਰਿਵਿਊ ਪਟੀਸ਼ਨ ਪਾਈ ਗਈ ਸੀ। ਪਰ ਫਿਲਹਾਲ ਕੋਈ ਰਾਹਤ ਮਿਲਦੀ ਹੋਈ ਦਲੇਰ ਮਹਿੰਦੀ ਨੂੰ ਨਜ਼ਰ ਨਹੀਂ ਆਈ ਹੈ। ਕਬੂਤਰਬਾਜ਼ੀ ਦਾ ਮਾਮਲਾ ਹੈ ਜੋ ਪਟਿਆਲਾ ਦੇ ਵਿੱਚ ਮਾਮਲਾ ਸੀ। ਸੋ ਲੰਬੇ ਸਮੇਂ ਤੋਂ ਮਾਮਲਾ ਚੱਲ ਰਿਹਾ ਸੀ ਔਰ ਦੱਸ ਦਈਏ ਕਿ 2 ਸਾਲ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਗਈ ਸੀ ਔਰ 2 ਸਾਲ ਦੀ ਸਜ਼ਾ ਨੂੰ ਬਰਕਰਾਰ ਪਿਛਲੇ ਦਿਨਾਂ ਦੇ ਵਿੱਚ ਰੱਖਿਆ ਗਿਆ ਸੀ। ਔਰ ਹੁਣ ਇਹ ਵੱਡੀ ਖਬਰ ਆ ਰਹੀ ਹੈ ਦਲੇਰ ਮਹਿੰਦੀ ਨੂੰ ਫਿਲਹਾਲ ਕੋਈ ਰਾਹਤ ਨਹੀਂ ਹੈ। ਦਲੇਰ ਮਹਿੰਦੀ ਉਹਨਾਂ ਨੂੰ ਰਾਹਤ ਨਹੀਂ ਮਿਲੀ। ਰਿਵਿਊ ਪਟੀਸ਼ਨ ਤੇ ਸਰਕਾਰ ਨੂੰ ਨੋਟਿਸ ਜਾਰੀ ਹੋਇਆ। ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ। ज्यादा जानकारी ली उमेश की कुछ जानकारी इस मामले ਨੂੰ ਲੈ ਕੇ। ਦੇਖੋ ਦਲੇਰ ਮਹਿੰਦੀ ਕਬੂਤਰ ਵਾਲੇ ਮਾਮਲੇ 'ਚ ਦਲੇਰ ਮਹਿੰਦੀ ਨੂੰ ਪਟਿਆਲਾ ਕੋਰਟ ਨੇ ਸਜ਼ਾ ਬਰਕਰਾਰ ਰੱਖੀ ਸੀ ਔਰ ਪਿਛਲੇ 6 ਦਿਨਾਂ ਤੋਂ ਦਲੇਰ ਮਹਿੰਦੀ ਪਟਿਆਲਾ ਦੇ ਹੀ ਕੋਰਟ ਵਿੱਚ ਬੰਦ ਨੇ ਤੇ ਆਪਣੀ ਸਜ਼ਾ ਨੂੰ ਸਥਗਿਤ ਕਰਨ ਲਈ ਹਾਈ ਕੋਰਟ ਵਿੱਚ ਉਹਨਾਂ ਨੇ ਪਟੀਸ਼ਨ ਜਿਹੜੀ ਹੈ ਅਪੀਲ ਹੈ ਉਹ ਫਾਈਲ ਕੀਤੀ ਹੈ। ਅੱਜ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੂੰ ਨੋਟਿਸ ਜ਼ਰੂਰ ਹੋਇਆ ਲੇਕਿਨ 15 ਸਤੰਬਰ ਤੱਕ ਦਲੇਰ ਮਹਿੰਦੀ ਨੂੰ ਹੁਣ ਜੇਲ੍ਹ ਵਿੱਚ ਹੀ ਰਹਿਣਾ ਪਏਗਾ ਕਿਉਂਕਿ ਇਹ ਸਜ਼ਾ ਦੇ ਖਿਲਾਫ ਜਿਹੜੀ ਅਪੀਲ ਹੈ ਇਹਦੇ ਵਿੱਚ ਬੇਲ ਵੀ ਨਹੀਂ ਹਲੇ ਪੈ ਸਕਦੀ ਔਰ ਕੋਰਟ ਨੇ ਪੁੱਛਿਆ ਵੀ ਹੈ ਕਿ ਕਿੰਨਾ ਟਾਈਮ ਹੋਇਆ ਕਸਟਡੀ ਵਿੱਚ ਯਾਨੀ ਕਿ ਹਿਰਾਸਤ ਉੱਥੇ ਜੇਲ੍ਹ 'ਚ ਕਿੰਨਾ ਟਾਈਮ ਹੋਇਆ ਤੇ ਵਕੀਲਾਂ ਵੱਲੋਂ ਕਿਹਾ ਗਿਆ ਜੀ ਹਲੇ ਜ਼ਿਆਦਾ ਸਮੇਂ ਨਹੀਂ ਹੋਇਆ। ਹੁਣ 15 ਸਤੰਬਰ ਤੱਕ ਜੇਲ੍ਹ ਰਹਿਣਾ ਹੋਏਗਾ ਔਰ ਪੰਜਾਬ ਸਰਕਾਰ ਦਾ ਜਵਾਬ ਵੀ ਦੇਖਣਾ ਹੋਏਗਾ ਕਿ ਜਦੋਂ ਇਹ ਸੁਣਵਾਈ ਅਗਲੀ ਆਏਗੀ 15 ਸਤੰਬਰ ਨੂੰ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਇਹਦੇ ਵਿੱਚ।
ਜੀ ਠੀਕ ਹੈ ਉਮੇਸ਼, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਔਰ ਸਿੱਧੇ ਤੌਰ ਤੇ ਦੱਸੀ ਕਿ ਕੋਰਟ ਨੇ ਮਹਿੰਦੀ ਦੇ ਵਕੀਲ ਤੋਂ ਪੁੱਛਿਆ ਕਿ ਕਿੰਨੇ ਸਮੇਂ ਤੋਂ ਜੇਲ੍ਹ ਦੇ ਵਿੱਚ ਦਲੇਰ ਮਹਿੰਦੀ ਬੰਦ ਹੈ ਤਾਂ ਇਸਦੇ ਵਕੀਲ ਨੇ ਕਿਹਾ ਕਿ ਜ਼ਿਆਦਾ ਨਹੀਂ ਹੋਇਆ। ਦੱਸਦੇ ਕਿ ਪਿਛਲੇ 6 ਦਿਨ ਤੋਂ ਹੀ ਪਟਿਆਲਾ ਦੇ ਜੇਲ੍ਹ ਦੇ ਵਿੱਚ ਇਹ ਦਲੇਰ ਮਹਿੰਦੀ ਬੰਦ ਨੇ, ਪਰ ਉਹਨਾਂ ਦੇ ਵੱਲੋਂ ਫਿਰ ਤੋਂ ਇਹ ਪਟੀਸ਼ਨ ਪਾ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਜਿਹੜਾ ਇਹ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆਈ ਹੈ। ऐसे विचकार अगे बढ़ते हैं और मूसेवाला कतलकांड के नाल जुड़ी वड्डी खबर इस वेले दी सामने आ रही है। फरार शूटर के बारे वड्डी जानकारी मिली है। तरनतारन दे विच लुके सन शूटर, क्योंकि लगातार ये जानकारी सामने आ रही थी कि तरनतारन दे विच नहीं, मोगा दे विच नहीं, बल्कि पूरे पंजाब दी जानकारी सी कि पंजाब दे विच ही लंबा समा ये रहे सन। मूसेवाला कतलकांड के नाल जुड़ी वड्डी खबर है। जून के आखिरी हफ्ते दे विच इन्हां नूं वेख्या गया सी। जून के आखिरी हफ्ते दे विच तरनतारन दे विच वेखे गए सन जगरूप रूपा और मन्नू कुस्सा। तरनतारन दे पिंड गुलालीपुर दे विच लुके सन। जून का आखिरी हफ्ता, यानी कि ज्यादा समा भी नहीं असीं कह सकते। और इस विचकार सीधा चलदे मनोज राठी ने साडे नाल। मनोज की कुछ जानकारी है? देखो गुरजोत, हुण लगातार इहदे विच इन्वेस्टिगेशन च कई चीज़ां सामने आ रही है ते हुण तक दी जिहड़ी इन्फॉर्मेशन है, एक्सक्लूसिव इन्फॉर्मेशन साडे कोल है, जिहड़ी पुलिस सोर्स दस रहे ने कि मन्नू खुसा ते जगरूप रूपा ये दोनों शार्प शूटर गुलालीपुर है, तरनतारन दे विच एक पिंड पैंदा है गुलालीपुर, उत्थे वेखे गए ने। ते इहदे विच एक होर हैरान कर देने वाली गल सामने आई है, जिहड़े पुलिस सोर्सिस दस रहे ने कि उन्हां दे नाल दो होर गैंगस्टर मौजूद सीगे। कौन? संदीप तूफान नां दा एक गैंगस्टर है, वो भी काफ़ी कुख्यात गैंगस्टर है, काफ़ी अपराधिक मामले उहदे ते दर्ज ने। ते दूजा हैगा मनी रैया, ये भी गैंगस्टर है, ये भी अपराधिक मामले दे दर्ज है। तो दस्सिया जा रहा है कि तूफान दा एक उत्थे फार्म हाउस भी सीगा जिथे ਉਹ ਉਹਨਾਂ ਨੂੰ ਸਟੇ ਕਰਾਇਆ ਹੋਇਆ ਸੀਗਾ, ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਮਿਲ ਰਹੀ ਹੈ। ਤੇ ਸਾਡੇ ਸੋਰਸਿਸ ਜਿਹੜੇ ਦੱਸ ਰਹੇ ਨੇ, ਪੁਲਿਸ ਸੋਰਸਿਸ ਜਿਹੜੇ ਦੱਸ सरकार के चमचे और पिट्ठू से भरी जाएगी तो क्या इस समिति से न्याय की उम्मीद करी जा सकती? और उससे भी बड़ी बात मैं रखना चाहता हूं, गवर्नमेंटल रिप्रेजेंटेशन की जहां तक बात है, यानी कि सरकार के प्रतिनिधि रखने की बात है, तो इस समिति में सिक्किम के सरकार को प्रतिनिधित्व मिला है, उड़ीसा की सरकार को प्रतिनिधित्व मिला है, और भी 2-3 राज्य हैं जिनकी सरकारों को प्रतिनिधित्व मिला है। लेकिन पंजाब जो हरित क्रांति की धरती है, पंजाब जो देश का पेट भरता है, पंजाब जिसकी ओर पूरा देश देखता है जब अनाज की कमी पड़ती है, जब सूखा आता है, जब कोई भी आपदा आती है। बिल्कुल इस वेले राघव चौटाला दे वल्लों कमेटी नूं लैके, जो कमेटी बनाई गई उस दे विच पंजाब दा कोई मैंबर नहीं है, उसनूं लैके एक गलबात की जा रही है, मीडिया के सामने गलबात रखी जा रही है। कदे भी अजिहा वादा नहीं कीता सी केंद्र सरकार कह रही है। सो आखिरकार मूसेवाला नूं लैके असीं लगातार चर्चा कर रहे हैं। मनोज, तुसीं जानकारी दे रहे सीगे कि गैंगस्टर दो होर भी नाल वेखे गए ने, जेकर जगरूप रूपा और मन्नू कुस्सा दा जिक्र करदे आ, इस तो इलावा एक फार्म हाउस दा भी तुसीं जिक्र कीता मनोज। बिल्कुल गुरजोत, कई चीज़ां इहदे विच है। हालांकि बड़ी हैरान कर देने वाली गल है कि आखिर जिहड़े दो मेन शार्प शूटर ने मन्नू खुसा ते जगरूप रूपा, क्योंकि दोनों सिद्धू मूसेवाले मर्डर च उन्होंने बहुत अहम जिहड़ी रोल है वो प्ले किया है। तो हालांकि पुलिस लगातार उन्होंने भाल कर रही है, लेकिन हजे तक उन्होंने गिरफ्तारी नहीं हुई है। तो दोनों नूं मन्नू खुसा ते जगरूप रूपा, हालांकि दस्सिया जा रहा है कि उन्होंने कोलों हथियार भी हजे हैगे, क्योंकि पहला भी ਅਸੀਂ ਜ਼ਿਕਰ ਕੀਤਾ ਸੀਗਾ ਕਿ ਪ੍ਰੀਵੇਦ ਫੌਜੀ ਨੂੰ ਜਦ ਅਰੈਸਟ ਕੀਤਾ ਸੀਗਾ ਤੇ ਉਹਦੇ ਕੋਲੋਂ ਗ੍ਰੇਨੇਡ ਲਾਂਚਰ AK-47 ਜਦ ਰਿਕਵਰ ਹੋਈ ਸੀ ਤੇ ਉਹਨੇ ਦੱਸਿਆ ਸੀ ਕਿ ਆਦੇ ਜਿਹੜਾ ਹਥਿਆਰ ਹੈ ਉਹ ਮਨੂ ਖੁੱਸਾ ਕੋਲ ਹੈ, ਉਹ ਲੈ ਕੇ ਗਿਆ ਸੀਗਾ। ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਆ ਰਹੀ ਹੈ, ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਗੁਲਾਲੀਪੁਰ, ਇਹ ਤਰਨਤਾਰਨ ਦੇ ਬਿਲਕੁਲ ਕਹਿ ਸਕਦੇ ਹਾਂ ਕਿ ਨਾਲ ਦੇ ਬਾਰਡਰ 'ਚ ਪੈਂਦਾ ਗੁਲਾਲੀਪੁਰ, ਜਿੱਥੇ ਉਹਨਾਂ ਨੂੰ ਦੇਖਿਆ ਗਿਆ ਤੇ ਜਿਹੜੇ ਦੋ ਉਹਨਾਂ ਦਾ ਜਿਹੜਾ ਸਾਥ ਦੇ ਰਹੇ, ਯਾਨੀ ਕਿ ਉਹਨਾਂ ਨੂੰ ਜਿਹੜਾ कई चीज़ा मुहैया करा रहे, उन्होंने भी नाम सामने आ रहा है। संदीप तूफान तो एक दूजा हैगा मनी रैया, ये दोनों गैंगस्टर ने, बड़े उस साइड के बड़े एक्टिव गैंगस्टर्स ने, कई अपराधिक उन्होंने मामले दर्ज है। तो ये भी हुण इन्वेस्टिगेशन च आया है कि वो भी दोनों फरार है, यानी कि चारों ये इकट्ठे देखे गए ने गुलालीपुर। बड़ी हैरान कर देने वाली गल है कि पंजाब के ही एरिए च ये घूमते नज़र आ रहे हैं, लेकिन हजे तक इन्हां दी गिरफ्तारी क्यों नहीं हो सकी है, बहुत बड़ा सवाल है।
ਪੰਜਾਬ ਪੁਲਿਸ ਤੇ ਵੀ ਇੱਕ ਬਹੁਤ ਵੱਡਾ ਸਵਾਲ ਹੈ। ਪੰਜਾਬ ਦੇ ਲਗਾਤਾਰ, ਕਿਉਂਕਿ ਹਜੇ 29 ਮਈ ਤੋਂ ਲੈ ਕੇ ਗੁਰਜੋਤ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ, ਇਹ ਜਿਹੜੇ ਦੋ ਮੇਨ ਸ਼ਾਰਪ ਸ਼ੂਟਰਸ ਨੇ ਜਗਰੂਪ ਰੂਪਾ, ਬਹੁਤ ਇੰਪੋਰਟੈਂਟ ਰੋਲ ਇਹਦਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਮਰਡਰ 'ਚ, ਕਿਉਂਕਿ ਪਲੈਨਿੰਗ ਤੋਂ ਲੈ ਕੇ, ਰੈਕੀ ਤੋਂ ਲੈ ਕੇ ਵਾਰਦਾਤ ਨੂੰ ਅੰਜਾਮ ਦੇਣ ਤੱਕ ਸਾਰੀ ਚੀਜ਼ਾਂ ਜਗਰੂਪ ਮਨੋਜ ਰੂਪਾ ਇੱਥੇ ਥੋੜੀ ਜੀ ਚਰਚਾ ਉਸ ਮੁੱਦੇ ਨੂੰ ਲੈ ਕੇ ਵੀ ਕਰਨ ਵਾਲੀ ਹੈ ਕਿ ਆਖਰਕਾਰ ਜੋ ਇਸ ਵੇਲੇ ਇਹ ਪਹਿਲਾਂ ਮੋਗਾ ਦੇ ਵਿੱਚ ਨਜ਼ਰ ਆਏ, ਜੇਕਰ ਅਸੀਂ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਮਈ ਤੋਂ ਬਾਅਦ ਸ਼ੁਰੂਆਤੀ ਅਗਰ ਗੱਲ ਕੀਤੀ ਜਾਵੇ ਉਸ ਮਹੀਨੇ ਦੀ, ਤਾਂ ਉਸ ਤੋਂ ਬਾਅਦ ਹੁਣ ਜੁਲਾਈ ਦੇ ਵਿੱਚ ਜੂਨ ਦੇ ਅਖੀਰ ਦੇ ਵਿੱਚ ਇੱਥੇ ਤਰਨਤਾਰਨ ਨਜ਼ਰ ਆਏ ਨੇ। ਯਾਨੀ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਨੇ। ਜਿਵੇਂ ਅਸੀਂ ਜਾਣਦੇ ਹਾਂ ਕਿ ਮੋਗਾ ਤੋਂ ਇੱਕ ਗੈਂਗਸਟਰ ਔਰ ਦੂਸਰਾ ਅੰਮ੍ਰਿਤਸਰ ਤੋਂ ਹੈ। ਕਿ ਇਹ ਵੀ ਮੰਨਿਆ ਜਾਵੇ, ਜੋ ਪਹਿਲਾਂ ਜਾਣਕਾਰੀ ਆ ਰਹੀ ਸੀ ਕਿ ਪੁਲਿਸ ਦੀ ਵਰਦੀ ਦੇ ਵਿੱਚ ਜਿਹੜਾ ਇਹ ਲੁਕਦੇ ਫਿਰਦੇ ਸੀਗੇ ਜਿਹੜੇ ਪਹਿਲਾ ਸ਼ਾਰਪ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ, ਹਾਲਾਂਕਿ ਇਸ ਨੂੰ ਸਾਫ਼ ਨਹੀਂ ਕਿਹਾ ਜਾ ਸਕਦਾ, ਪਰ ਕਿਤੇ ਨਾ ਕਿਤੇ ਇੱਕ ਪਾਰਟ ਹੈਗਾ ਇਨਵੈਸਟੀਗੇਸ਼ਨ ਦਾ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਇਸੇ ਕਰਕੇ ਹੀ ਇਹ ਹੁਣ ਤੱਕ ਲੁਕਣ ਦੇ ਵਿੱਚ ਕਾਮਯਾਬ ਹੋਏ ਨੇ। ਕੀਤਾ ਬਹੁਤ ਅਹਿਮ ਇਨਫੋਰਮੇਸ਼ਨ ਵੀ ਸੀਗੀ ਪੁਲਿਸ ਕੋਲ ਜਦ ਅਰੈਸਟ ਹੋਏ ਸੀਗੇ। ਦਿੱਲੀ ਸਪੈਸ਼ਲ ਸੈੱਲ ਨੇ ਜਦ ਅਰੈਸਟ ਕੀਤੇ ਸੀਗੇ ਜਿਹੜੇ ਗੈਂਗਸਟਰ ਨੇ, ਉਹਨਾਂ ਕੋਲੋਂ ਪੰਜਾਬ ਪੁਲਿਸ ਦੀ ਯੂਨੀਫਾਰਮ ਜਿਹੜੀ ਹੈ ਉਹ ਰਿਕਵਰ ਹੋਈ ਸੀ ਤੇ ਉਹਨਾਂ ਨੇ ਮੰਨਿਆ ਸੀ ਕਿ ਰਾਤ ਨੂੰ ਕਦੇ ਵੀ ਉਹ ਜਾਂਦੇ ਸੀ, ਕਿਸੇ ਵੀ ਬਾਰਡਰ ਏਰੀਆ ਕ੍ਰਾਸ ਕਰਨਾ ਹੋਵੇ ਜਾਂ ਕਿਸੇ ਵੀ ਹਾਈਵੇ ਤੇ ਅਸੀਂ ਜਾਣਾ ਹੈ ਤੇ ਅਸੀਂ ਡਰੈਸ ਪਾ ਕੇ ਜਾਂਦੇ ਸੀਗੇ, ਯਾਨੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਪੂਰਾ ਪੁਲਿਸ ਯੂਨੀਫਾਰਮ ਪਾ ਕੇ, ਪੂਰਾ ਬੈਚੇਸ ਲਾ ਕੇ, ਕਿਉਂਕਿ ਉਹਨਾਂ ਕੋਲੋਂ ਸਾਰੀ ਚੀਜ਼ਾਂ ਬਰਾਮਦ ਹੋਈ ਹੈ। ਤੇ ਪ੍ਰਿਯਵਰਤ ਫੌਜੀ ਨੇ ਇਹ ਵੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਸੀ ਕਿ ਸਾਰਿਆਂ ਕੋਲ ਪੁਲਿਸ ਯੂਨੀਫਾਰਮ ਸੀਗੀ, ਯਾਨੀ ਕਿ ਇਹਨਾਂ ਦੀ ਮੋਡਸ ਆਪਰੈਂਡੀ ਬੜੀ ਕਲੀਅਰ ਸੀ ਕਿ ਅਸੀਂ ਪੁਲਿਸ ਤੋਂ ਕਿਸ ਤਰ੍ਹਾਂ ਬਚਣਾ ਹੈ। ਕਿਉਂਕਿ ਦੂਜੇ ਸਟੇਟ ਤੇ ਤੁਸੀਂ ਜਾਓਗੇ, ਪੰਜਾਬ ਪੁਲਿਸ ਦੀ ਡਰੈਸ ਤੁਸੀਂ ਜਾ ਕੇ ਉੱਥੇ ਜਾਓਗੇ, ਜਾਲੀ ਆਧਾਰ ਕਾਰਡ ਇਹਨਾਂ ਦੇ ਸੀਗੇ, ਜਾਲੀ ਆਈ ਕਾਰਡ ਵੀ ਇਹਨਾਂ ਨੇ ਬਣਾਏ ਹੋਏ ਸੀਗੇ, ਕਿਉਂਕਿ ਜਿਹੜੇ ਰਿਕਵਰ ਹੋਏ ਆ ਜਾਲੀ ਆਧਾਰ ਕਾਰਡ ਵੀ ਇਹਨਾਂ ਤੋਂ ਰਿਕਵਰ ਹੋਏ ਆ, ਜਿਹੜੇ ਹੋਟਲਾਂ 'ਚ ਦਿੰਦੇ ਸੀਗੇ, ਜਾਲੀ ਆਈ ਕਾਰਡ ਵੀ ਇਹਨਾਂ ਕੋਲੋਂ ਬਰਾਮਦ ਹੋਏ ਆ। ਤੇ ਮਨੂ ਖੁਸਾ ਤੇ ਜਗਰੂਪ ਰੂਪਾ, ਕਿਉਂਕਿ ਪ੍ਰਿਯਵਰਤ ਫੌਜੀ ਪਹਿਲਾਂ ਹੀ ਇਹ ਪੁੱਛਕੇ 'ਚ ਦੱਸ ਚੁੱਕਿਆ ਹੈ ਕਿ ਮਨੂ ਖੁਸਾ ਤੇ ਜਗਰੂਪ ਰੂਪਾ ਉਹ ਪੰਜਾਬ ਤੋਂ ਬਾਹਰ ਨਹੀਂ ਗਏ, ਕਿਉਂਕਿ ਅਸੀਂ ਤਾਂ ਚੱਲ ਗਏ ਸੀਗੇ, ਲੇਕਿਨ ਉਹਨਾਂ ਨੇ ਮਨਾ ਕਰਤਾ ਸੀ, ਮਨੂ ਖੁਸਾ ਨੇ ਮਨਾ ਕਰਤਾ ਸੀਗਾ ਅਸੀਂ ਪੰਜਾਬ ਤੋਂ ਬਾਹਰ ਨਹੀਂ ਜਾਣਾ, ਅਸੀਂ ਇੱਥੇ ਹੀ ਸੇਫ ਹਾਂ ਤੇ ਸਾਡੀ ਸੇਫਟੀ ਵਾਸਤੇ ਕਈ ਸਾਡੇ ਮਿੱਤਰ ਨੇ, ਕਈ ਸਾਡੇ ਦੋਸਤ ਨੇ, ਉਹ ਸਾਨੂੰ ਸਟੇ ਕਰਾਵਾਂਗੇ। ਇਹ ਗੱਲ ਪ੍ਰਿਯਵਰਤ ਫੌਜੀ ਨੇ ਪੁੱਛਕੇ 'ਚ ਦੱਸੀ ਤੀ, ਉਹੀ ਗੱਲਾਂ ਹੁਣ ਸਾਹਮਣੇ ਆ ਰਹੀਆਂ। ਤੁਸੀਂ ਜਿਹੜੀ ਸੀਸੀਟੀਵੀ ਦੀ ਗੱਲ ਕਰ ਰਹੇ ਹੋ, ਸਭ ਤੋਂ ਪਹਿਲਾਂ ਅਸੀਂ ਚਲਾਈ ਸੀ ਉਹ ਸੀਸੀਟੀਵੀ 21 ਜੂਨ ਦੀ ਸੀਸੀਟੀਵੀ ਹੈ ਮੋਗਾ ਦੇ ਸਾਮਲ ਸਰਦ ਪਿੰਡ ਦੀ, ਜਿੱਥੇ ਇਹ ਦੇਖੇ ਗਏ ਨੇ, ਬਾਈਕ ਤੇ ਦੋ ਦੇਖੇ ਗਏ ਨੇ, ਸਪਲੈਂਡਰ ਬਾਈਕ ਤੇ ਜਗਰੂਪ ਰੂਪਾ ਤੇ ਮਨੂ ਖੁਸਾ ਦੇਖੇ ਗਏ ਨੇ। ਤੇ ਹੁਣ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਕਿ ਜੂਨ ਦੇ ਬਿਲਕੁਲ ਲਾਸਟ, ਯਾਨੀ ਕਿ 29-30 ਤਰੀਕ ਨੂੰ ਇਹ ਦੋਨਾਂ ਨੂੰ ਹੋਰ ਦੋ ਜਿਹੜੇ ਗੈਂਗਸਟਰ ਹੈ ਉਹਨਾਂ ਦੇ ਨਾਲ ਤਰਨਤਾਰਨ ਦੇ ਪਿੰਡ ਗੁਲਾਲੀਪੁਰ 'ਚ ਵੇਖਿਆ ਗਿਆ। ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਇਹਦੇ ਵਿੱਚ ਕਈ ਚੀਜ਼ਾਂ ਨੇ, ਕਿ ਇਹ ਬਹੁਤ ਜਲਦੀ ਠਿਕਾਣਾ ਬਦਲਦੇ ਆ, ਬਹੁਤ ਜਲਦੀ ਜਿਹੜੇ ਹੈਗੇ ਆਪਣਾ ਹੁਲੀਆ ਵੀ ਚੇਂਜ ਕਰਦੇ ਆ। ਇਹ ਹੁਣ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ, ਕਿਉਂਕਿ ਕਈ ਲੋਕਾਂ ਨਾਲ ਲਗਾਤਾਰ ਪੁੱਛਗਿੱਛ ਚੱਲ ਰਹੀ ਹੈ, ਕਈ ਲੋਕਾਂ ਨੇ ਇਹਨਾਂ ਨੂੰ ਕਲੂ ਵੀ ਦਿੱਤੇ ਹੈ ਕਿ ਇਹ ਜਿਹੜੇ ਦੋਨੋਂ ਨੇ ਇਹ ਕਾਫੀ ਕਹਿ ਸਕਦੇ ਕਿ ਹੱਟੇ ਕੱਟੇ ਵੀ ਹੈਗੇ। ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਔਰ ਹੁਣ ਤੱਕ ਦੀ ਇੱਕ ਵੱਡਾ ਇਸ ਵੇਲੇ ਚੈਲੰਜ ਕਹਿ ਸਕਦੇ ਆ ਪੁਲਿਸ ਦੇ ਕੋਲ ਹੈ ਕਿ ਅਜੇ ਦੋਵੇਂ ਫਰਾਰ ਨੇ ਤੇ ਕਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ, ਇਹ ਸਭ ਦੀ ਨਜ਼ਰ ਇਸ ਤੇ ਟਿਕੀ ਹੋਈ ਹੈ। ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ, ਧੰਨਵਾਦ ਹੈ। ਤਾਂ ਮਨੂ ਖੁਸਾ, ਜਗਰੂਪ ਰੂਪਾ ਜਿਹੜੇ ਨੇ ਅਜੇ ਵੀ ਫਰਾਰ ਨੇ ਔਰ ਦੋਵੇਂ ਸ਼ੂਟਰ ਜਿਹੜੇ ਨੇ ਉਹ ਵੇਖੇ ਗਏ ਨੇ ਤਰਨਤਾਰਨ ਦੇ ਵਿੱਚ ਇੱਕ ਪਿੰਡ ਦੇ ਵਿੱਚ। ਦੋ ਹੋਰ ਗੈਂਗਸਟਰ ਉਹਨਾਂ ਦੇ ਨਾਲ ਮੌਜੂਦ ਸੀਗੇ, ਜੋ ਜਾਣਕਾਰੀ ਸਾਹਮਣੇ ਆਈ ਹੈ ਔਰ ਹੁਣ ਲਗਾਤਾਰ ਪੁਲਿਸ ਭਾਲ ਕਰ ਰਹੀ ਹੈ, ਪਰ ਅਜੇ ਵੀ ਇਹ ਸ਼ੂਟਰ ਲੁਕੇ ਹੋਏ ਨੇ।